ਗੁੱਡ ਈਵਨਿੰਗ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪਟਿਆਲਾ ਦੇ YouTube ਚੈਨਲ ਤੇ ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਬੇਸਿਕਲੀ ਤੁਹਾਡੇ ਲਈ ਇੱਕ ਹੋਰ ਆਪਾਂ ਇੱਕ ਨਵੀਂ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੇਸਿਕਲੀ ਸੀਰੀਜ਼ ਆਪਣੀ ਉਹੀ ਹੈ, ਉੱਦਾਂ ਹੀ ਆਪਾਂ ਡੇਲੀ ਇੱਕ ਕੋਈ ਵੀ ਕਰੰਟ ਅਫੇਅਰਸ ਦਾ ਟੌਪਿਕ ਨੂੰ ਚੱਕਾਂਗੇ ਤੇ ਉਹਦੇ ਬੇਸਿਸ ਤੇ ਜੋ ਵੀ 2027 ਦੇ ਵਿੱਚ ਤੇ 2028 ਦੇ ਵਿੱਚ ਤੇ 2026 ਤੇ 2027 ਦੇ ਵਿੱਚ ਪ੍ਰੋਬੇਬਲ ਕੁਐਸਚਨਸ ਬਣ ਸਕਦੇ ਆ, ਉਹਨਾਂ ਨੂੰ ਡਿਸਕਸ ਕਰਾਂਗੇ। ਉਹਨੂੰ ਕਿਵੇਂ ਆਪਾਂ ਫਾਰਮੈਟਿੰਗ ਕਰਨੀ ਹੈ ਉਹਦੇ ਬਾਰੇ ਗੱਲ ਕਰਾਂਗੇ, ਕੀ ਐਗਜ਼ਾਮਪਲਸ ਵਗੈਰਾ ਯੂਜ਼ ਕਰ ਸਕਦੇ ਆ ਉਹਦੇ ਬਾਰੇ ਗੱਲ ਕਰਾਂਗੇ। ਹੁਣ ਜੋ ਚੀਜ਼ ਥੋੜਾ ਜਿਹਾ ਚੇਂਜ ਲੈ ਕੇ ਆਏ ਆ ਉਹਦੇ ਵਿੱਚ ਕੀ ਹੈ, ਤੁਸੀਂ ਸਾਡੇ ਮਾਸਟਰ ਕਲਾਸਿਸ ਪਟਿਆਲਾ ਦੇ ਆਫੀਸ਼ੀਅਲ ਜੋ ਟੈਲੀਗ੍ਰਾਮ ਚੈਨਲ ਹੈ ਉਹਨੂੰ ਤੁਸੀਂ ਜੁਆਇਨ ਕਰਨਾ ਹੈ। ਉਹ ਜੁਆਇਨ ਕਰਕੇ ਤੁਹਾਨੂੰ ਡੇਲੀ ਕੀ ਹੋਏਗਾ, ਸਭ ਤੋਂ ਪਹਿਲਾਂ ਤਾਂ ਉੱਥੇ ਕਰੰਟ ਅਫੇਅਰਸ ਦਾ ਲਿੰਕ ਤੁਹਾਨੂੰ ਮਿਲਦਾ ਹੀ ਮਿਲਦਾ ਹੈ ਤੇ ਉਦੋਂ ਬਾਅਦ ਤੁਹਾਨੂੰ ਇੱਕ ਡੇਲੀ ਦਾ ਕੁਐਸਚਨ ਮਿਲਿਆ ਕਰੇਗਾ ਜਿਹਨੂੰ ਆਪਾਂ 6 ਵਜੇ ਕਲਾਸ ਦੇ ਵਿੱਚ ਡਿਸਕਸ ਕਰਿਆ ਕਰਾਂਗੇ। ਪਹਿਲੀ ਚੀਜ਼ ਤਾਂ ਇਹ ਹੈ। ਇਹਦੇ ਵਿੱਚ ਕਰਨਾ ਕੀ ਹੈ, ਹੁਣ ਤੱਕ ਕੀ ਹੁੰਦਾ ਸੀ ਬੇਸਿਕਲੀ ਸਿੱਧਾ ਕਲਾਸਿਸ ਜੋ ਸੀ ਅਪਲੋਡ ਹੁੰਦੇ ਸੀ ਤਾਂ ਬੱਚਿਆਂ ਦੇ ਕਾਫੀ ਸਾਰਿਆਂ ਦੇ ਡਾਊਟਸ ਆਏ ਕਿ ਸਰ ਅਸੀਂ ਇਦਾਂ ਦਾ ਹੋ ਸਕਦਾ ਕਿ ਸਾਨੂੰ ਅਗਰ ਸਵੇਰ ਕੁਐਸਚਨ ਮਿਲ ਜੇ ਤੇ ਅਸੀਂ ਉਹਨੂੰ ਲਿਖ ਕੇ ਰੱਖੀਏ ਤੇ ਫਿਰ ਤੁਹਾਡੀ ਕਲਾਸ ਦੇ ਵਿੱਚ ਸਾਨੂੰ ਇਹ ਚੀਜ਼ਾਂ ਪਤਾ ਲੱਗ ਜਾਣ ਕਿ ਕੀ ਚੀਜ਼ ਸਹੀ ਇੰਟਰਪ੍ਰੀਟ ਕੀਤੀ ਹੈ, ਕੀ ਚੀਜ਼ ਗਲਤ ਕੀਤੀ ਹੈ, ਕੀ ਉਹਨਾਂ ਦੀ ਸਟਰੈਂਥ ਹੈ, ਕੀ ਉਹਨਾਂ ਦੀ ਵੀਕਨੈਸਿਸ ਹੈ, ਕਿ ਕਿਉਂ ਨਾ ਇਦਾਂ ਦੀ ਚੀਜ਼ ਨੂੰ ਵੀ ਕੀਤਾ ਜਾਵੇ। ਤਾਂ ਇਸ ਕਰਕੇ ਹੁਣ ਤੋਂ ਕੀ ਹੋਇਆ ਕਰੇਗਾ, ਟੈਲੀਗ੍ਰਾਮ ਦੇ ਚੈਨਲ ਤੇ ਤੁਹਾਡੇ ਕੁਐਸਚਨ ਪਹਿਲਾਂ ਹੀ ਮਿਲ ਜਾਇਆ ਕਰੇਗਾ। ਉਸ ਤੋਂ ਬਾਅਦ 6 ਵਜੇ ਤੁਹਾਨੂੰ ਕਰੰਟ ਅਫੇਅਰ ਦੀ ਕਲਾਸ ਦਾ ਲਿੰਕ, ਕਰੰਟ ਅਫੇਅਰ ਦੀ ਕਲਾਸ ਦੀ ਪੀਪੀਟੀ ਮਤਲਬ ਜੋ ਵੀ ਉਹਦੇ ਨੋਟਸ ਹੈ, ਉਸ ਤੋਂ ਬਾਅਦ ਤੁਹਾਨੂੰ ਕਰੰਟ ਅਫੇਅਰ ਦੇ ਕੁਐਸਚਨਸ ਜੋ ਤੁਹਾਨੂੰ ਡੇਲੀ ਕੁਇਜ਼ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲਦੇ ਹੈ ਮਾਸਟਰ ਕਲਾਸਿਸ ਪਟਿਆਲਾ ਦੇ ਆਫੀਸ਼ੀਅਲ ਚੈਨਲ ਤੇ ਵੀ ਮਿਲਿਆ ਕਰਨਗੇ। ਉਸ ਤੋਂ ਬਾਅਦ ਤੁਹਾਨੂੰ ਪਹਿਲਾਂ ਇਹ ਆਪਣੀ ਵੀਡੀਓ ਦਾ ਲਿੰਕ ਮਿਲੇਗਾ ਡੇਲੀ ਆਨਸਰ ਰਾਈਟਿੰਗ ਦਾ, ਤੇ ਨਾਲ ਹੀ ਡੇਲੀ ਆਨਸਰ ਰਾਈਟਿੰਗ ਦੀ ਜੋ ਵੀਡੀਓ ਦੀ ਪੀਡੀਐਫ ਹੋਏਗੀ ਬੇਸਿਕਲੀ ਉਹਨੂੰ ਵੀ ਮਿਲੀ ਹੋਏਗੀ। ਹੁਣ ਤੁਸੀਂ ਇਸ ਪੀਡੀਐਫ ਨੂੰ ਕਿਵੇਂ ਯੂਜ਼ ਕਰ ਸਕਦੇ ਹੋ, ਇਸ ਪੀਡੀਐਫ ਨੂੰ ਤੁਸੀਂ ਡਾਇਰੈਕਟਲੀ ਪ੍ਰਿੰਟ ਕੱਢ ਕੇ ਇਹਨੂੰ ਐਜ਼ ਅ ਕੁਐਸਚਨ ਪ੍ਰਿਪੇਅਰ ਕਰ ਸਕਦੇ ਹੋ ਕਿ ਜੋ ਵੀ ਕਰੰਟ ਅਫੇਅਰਸ ਦੇ ਪ੍ਰੋਬੇਬਲ ਕੁਐਸਚਨਸ ਹੈ, ਤਾਂ ਕਿ ਤੁਹਾਡਾ ਕੋਈ ਵੀ ਕਰੰਟ ਅਫੇਅਰਸ ਦਾ ਮੇਜਰ ਟੌਪਿਕ ਨਾ ਰਵੇ। ਜਿਵੇਂ ਕਿ ਆਪਾਂ ਨੂੰ ਪਤਾ ਹੈ GS2 ਤੇ GS3 ਮੋਸਟਲੀ ਕਿਹੜਾ ਹੈ ਤੁਹਾਡਾ ਕਰੰਟ ਪਰਸਪੈਕਟਿਵ ਹੈ, ਤਾਂ ਆਪਾਂ ਕਲਾਸ ਦੇ ਵਿੱਚ ਵੀ ਜ਼ਿਆਦਾਤਰ ਇਹੀ ਟਰਾਈ ਕਰਦੇ ਹਾਂ ਕਿ ਆਪਣੇ ਜੋ ਕੁਐਸਚਨਸ ਹੋਣ GS2 ਤੇ GS3 ਦੇ ਰਿਲੇਟਡ ਹੀ ਹੋਣ। ਈਵਨ ਕਿ ਜੋ ਆਪਣਾ ਅੱਜ ਦਾ ਟੌਪਿਕ ਹੈ ਉਹ ਵੀ GS2 ਨੂੰ ਲੈ ਕੇ ਹੀ ਹੈ। ਹੁਣ ਟੌਪਿਕ ਬਾਰੇ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ अपना टॉपिक की है प्रिविलेज वर्सेस फ्री स्पीच। अगर सबने न्यूज़पेपर पढ़िया होएगा या सुबह वाली जो करंट अफेयर्स की क्लास है उन्होंने देखी होएगी तो तुसी एक चीज़ देखिया होएगा, अज एक न्यूज़ आर्टिकल आया सी, उस न्यूज़ आर्टिकल दे विच की सी 2003 का कोई केस चल रहा सुप्रीम कोर्ट दे विच। वो सुप्रीम कोर्ट का केस किस रिगार्डिंग है, बेसिकली 2003 ਦੇ ਵਿੱਚ ਕੀ ਹੋਇਆ ਸੀ, ਇੱਕ ਜੋ ਦਾ ਹਿੰਦੂ ਐਡੀਟੋਰੀਅਲ ਆਇਆ ਸੀ ਉਹਦੇ ਵਿੱਚ ਕੁਝ ਚੀਜ਼ਾਂ ਇਦਾਂ ਮੰਨੀਆਂ ਗਈਆਂ ਕਿ ਕਿਤੇ ਨਾ ਕਿਤੇ ਜੋ ਤੁਹਾਡੀ ਇੰਡੀਵਿਜੂਅਲ ਜਾਂ ਕਲੈਕਟਿਵ ਪ੍ਰਿਵਿਲੇਜਸ ਹੈ ਕਿਹਦੀ ਐਮਪੀ ਦੀ, ਉਹ ਕਿਤੇ ਨਾ ਕਿਤੇ ਵਾਇਲੇਟ ਕੀਤੀਆਂ ਗਈਆਂ ਕਿਹਦੇ ਵਿੱਚ, ਦਾ ਹਿੰਦੂ ਦੇ ਐਡੀਟੋਰੀਅਲ ਦੇ ਵਿੱਚ। ਹੁਣ ਥੋੜਾ ਜਿਹਾ ਸਮਝਦੇ ਆ ਕਿ ਐਕਚੁਅਲ ਦੇ ਵਿੱਚ ਗੱਲ ਹੈ ਕੀ। ਤਾਂ ਸਭ ਤੋਂ ਪਹਿਲਾਂ ਤੁਹਾਡਾ ਕਨਸਟੀਟਿਊਸ਼ਨ ਜੋ ਹੈ ਤੇ ਜਿੰਨੇ ਵੀ ਚਾਹੇ ਉਹ ਕਨਵੈਨਸ਼ਨਸ ਹੈ ਚਾਹੇ ਕੁਝ ਵੀ ਹੈ, ਕਿਉਂਕਿ ਆਪਣੇ ਇੰਡੀਆ ਦੇ ਕਨਸਟੀਟਿਊਸ਼ਨ ਦੇ ਵਿੱਚ, ਇੰਡੀਆ ਦੇ ਲਾਜ਼ ਦੇ ਵਿੱਚ ਆਪਣੀ ਜੋ ਪ੍ਰਿਵਿਲੇजेस ਹੈ ਉਹ ਕੋਡੀਫਾਈਡ ਨਹੀਂ ਹੈ। ਤਾਂ ਕਾਫੀ ਸਾਰੇ ਰਿਸੋਰਸਿਸ ਤੋਂ ਐਮਪੀ ਤੇ ਐਮਐਲਏਜ਼ ਇਹਨਾਂ ਨੂੰ ਕੁਝ ਪ੍ਰਿਵਿਲੇजेस ਮਿਲਦੀ ਹੈ। ਪ੍ਰਿਵਿਲੇजेस ਮਤਲਬ ਕਿ ਜਿਵੇਂ ਕਿ ਲੈਟਸ ਸੇ अगर आप इंडिविजुअल प्रिविलेज की गल करिए 40 दिन का नोटिस दिते बिना किसी भी तुसी MP नूं या MLA नूं जो सैशन चल रहा है उन्होंने अरेस्ट नहीं कर सकते। क्रिमिनल केस दे विच भी तुसी पहला इंटीमेट करना पऊगा तुहानूं किन्हां नूं, प्रिजाइडिंग ऑफिसर नूं किसी भी हाउस दे है, ताकि उन्होंने तुसी अरेस्ट कर पाओ। फिर अगर कोई भी पार्लीमेंट की प्रोसीडिंग नूं तुसी बेसिकली पब्लिश करना, उन्होंने लैके भी सारियां किहदे कोलों है बेसिकली तुहाडे कोल प्रिविलेजेस होनी है। कुछ प्रिविलेजेस जो है कलैक्टिव होंदी है जो एज आ लोक सभा एज आ राज्य सभा, कुछ होंगी जो कि इंडिविजुअल होंगी है जो कि MP MLA नूं इंडिविजुअल बेसिस ते यह मिलती है। पहली चीज़ ਹੁਣ ਜਦੋਂ ਆਪਾਂ ਪ੍ਰਿਵਿਲੇजेस ਦੀ ਗੱਲ ਕਰਦੇ ਹਾਂ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸੀ ਹੈ ਕਿ ਪ੍ਰਿਵਿਲੇजेस ਦੇ ਵਿੱਚ ਕੀ ਚੀਜ਼ ਆਉਂਦੀ ਹੈ ਕਿ ਅਗਰ ਪਾਰਲੀਮੈਂਟ ਦੀ ਬੇਸਿਕਲੀ ਕੋਈ ਵੀ ਜੋ ਉਹਦੇ ਵਿੱਚ ਮਾਈਨਿਊਟਸ ਹੈ ਡਿਸਕਸ਼ਨ ਜੋ ਚੱਲ ਰਹੀ ਸੀ ਉਹਨੂੰ ਲੈ ਕੇ ਕੁਝ ਵੀ ਅਗਰ ਤੁਸੀਂ ਪਬਲਿਕਲੀ ਟਰੁੱਥ ਚੀਜ਼ਾਂ ਨੂੰ ਕੀ ਕਰ ਰਹੇ ਹੋ, ਅਗਰ ਉਹਨੂੰ ਰਿਕਾਰਡ ਕਰ ਰਹੇ ਹੋ ਤਾਂ ਤੁਹਾਡੇ ਕੋਲ ਇਸ ਚੀਜ਼ ਨੂੰ ਕਰਨ ਦਾ ਹੱਕ ਹੈ। ਤੇ ਅਗਰ ਕੋਈ ਚੀਜ਼ ਨਹੀਂ ਕਰਨੀ ਤਾਂ MP MLA ਕਲੈਕਟਿਵਲੀ ਬੇਸਿਕਲੀ ਲੋਕ ਸਭਾ ਜਾਂ ਰਾਜ ਸਭਾ ਇਸ ਚੀਜ਼ ਨੂੰ ਕੀ ਕਰ ਸਕਦੇ ਹੈ, ਰੋਕ ਸਕਦੇ ਹੈ। ਇਹ ਚੀਜ਼ ਪ੍ਰਿਵਿਲੇਜ ਬੇਸਿਕਲੀ ਉਹਨਾਂ ਨੂੰ ਦਿੱਤੀ ਹੋਈ ਹੈ। ਤਾਂ ਦਾ ਹਿੰਦੂ ਦਾ ਇੱਕ ਐਡੀਟੋਰੀਅਲ ਆਇਆ ਸੀ, ਉਹਦੇ ਵਿੱਚ ਜੋ ਬੇਸਿਕਲੀ ਜਿਨ੍ਹਾਂ ਤੇ ਕੇਸ ਫਾਈਲ ਹੋਇਆ ਸੀ ਬੇਸਿਕਲੀ ਕੀ ਕਿਹਾ ਗਿਆ ਸੀ, ਇਹਨਾਂ ਨੇ ਜੋ ਪਾਰਲੀਮੈਂਟਰੀ ਦੀ ਪ੍ਰੋਸੀਡਿੰਗ ਸੀ ਉਹਨਾਂ ਨੂੰ ਤੋੜ ਮਰੋੜ ਕੇ ਕੁਝ ਇਦਾਂ ਦਾ ਹਿੰਦੂ ਆਰਟੀਕਲ ਲਿਖਿਆ ਜਿਹਦੇ ਵਿੱਚ ਉਹ ਗਵਰਨਮੈਂਟ ਦੇ ਜਾਂ ਪਾਰਟਿਕੂਲਰ ਉਸ MP ਦੇ ਕੀ ਸੀ ਅਗੇਂਸਟ ਸਾਊਂਡ ਕਰ ਰਿਹਾ ਸੀ। ਮਤਲਬ ਕਿਤੇ ਨਾ ਕਿਤੇ ਉਹ ਇੱਕ ਦਿਖਾ ਰਿਹਾ ਸੀ ਉਹ ਆਰਟੀਕਲ ਕਿ
ਜੋ ਇਸ ਐਮਪੀ ਨੇ ਜੋ ਬੋਲਿਆ ਜਾਂ ਜਿਸ ਹਿਸਾਬ ਨਾਲ ਉਹਨੂੰ ਦਿਖਾਇਆ ਗਿਆ ਕਿਤੇ ਨਾ ਕਿਤੇ ਉਹ ਸਹੀ ਨਹੀਂ ਸੀ। ਇਹਦੇ ਅਗੇਂਸਟ ਬੇਸਿਕਲੀ ਲੋਕ ਸਭਾ ਦੇ ਵਿੱਚ ਇੱਕ ਮੋਸ਼ਨ ਆਉਂਦਾ, ਕਿਹੜਾ ਮੋਸ਼ਨ? ਮੋਸ਼ਨ ਆਫ ਪ੍ਰਿਵਿਲੇजेस, ਮਤਲਬ ਪ੍ਰਿਵਿਲੇजेस ਬ੍ਰੀਚ ਦੀ ਪਾਰਲੀਮੈਂਟਰੀ ਕਮੇਟੀ ਬੈਂਦੀ ਹੈ। ਉਸ ਤੋਂ ਬਾਅਦ ਅਲਟੀਮੇਟਲੀ ਕੇਸ ਕੀਤਾ ਜਾਂਦਾ ਹੈ ਤੇ ਇੱਥੇ ਇਸ ਕੇਸ ਦੇ ਵਿੱਚ ਜੋ ਬੇਸਿਕਲੀ ਅਕਿਊਜ਼ਡ ਸੀ ਉਹਨਾਂ ਨੇ ਕਿਹਾ ਕਿ ਮੇਰੇ ਕੋਲੋਂ ਫਰੀडम ਆਫ ਸਪੀਚ एंड एक्सप्रेशन है जो कि मेरा फंडामेंटल राइट है अंडर आर्टिकल 19 क्लोज 1 क्लोज ए ਦੇ ਵਿੱਚ। ਤਾਂ ਇੱਥੇ ਹੀ ਸਭ ਤੋਂ ਵੱਡੀ ਜਜਮੈਂਟ, ਬੇਸਿਕਲ ਜਜਮੈਂਟ ਨਹੀਂ, ਸਭ ਤੋਂ ਵੱਡਾ ਇੱਕ ਕੇਸ ਉੱਭਰਿਆ। ਉਹ ਕੇਸ ਕੀ ਸੀ ਕਿ ਜੋ ਪਾਰਲੀਮੈਂਟਰੀ ਪ੍ਰਿਵਿਲੇजेस ਹੈ ਪਲੱਸ दूसरी साइड पे देखिए जो इंडिविजुअल ਨੂੰ फ्रीडम ऑफ स्पीच एंड एक्सप्रेशन है, अगर ये दोनों च कन्फ्लिक्ट आंदा है तो फंडामेंटल राइट ऊपर होएगा या ਤੁਹਾਡਾ ਬੇਸਿਕਲੀ ਪਾਰਲੀਮੈਂਟਰੀ ਪ੍ਰਿਵਿਲੇजेस, ਕਿ ਪਾਰਲੀਮੈਂਟਰੀ ਪ੍ਰਿਵਿਲੇजेस ਉੱਪਰ ਹੋਣਗੇ ਜਾਂ ਤੁਹਾਡਾ ਫੰਡਾਮੈਂਟਲ ਰਾਈਟ ਉੱਪਰ ਹੋਏਗਾ। ਇਸ ਤੇ ਸਭ ਤੋਂ ਵੱਡਾ ਕੁਐਸਚਨ ਇਮਰਜ ਹੋਇਆ। ਇਹ ਕੇਸ 2003 ਦਾ ਚੱਲ ਰਿਹਾ ਤੇ ਅੱਜ ਤੱਕ ਇਹਦੇ ਤੇ ਕੋਈ ਵੀ ਜਜਮੈਂਟ ਨਹੀਂ ਆਈ। ਹੁਣ ਜਜਮੈਂਟ ਨਹੀਂ ਆਈ ਇਹਦਾ ਮਤਲਬ ਇੱਕ ਚੀਜ਼ ਸਮਝ ਲੱਗੀ ਕਿ यूपीएससी ਦੇ ਵਿੱਚ ਇਹ ਕੁਐਸਚਨ ਤਾਂ ਪੁੱਛਿਆ ਹੀ ਨਹੀਂ ਜਾਏਗਾ ਕਿ ਕਿਹੜਾ ਉੱਪਰ ਹੋਣਾ ਚਾਹੀਦਾ, ਕਿਉਂਕਿ ਤੁਹਾਡੀ ਜੋ ਜਜਮੈਂਟ ਹੈ, ਤੁਹਾਡਾ ਜੋ ਐਨਾਲਿਸਿਸ ਹੈ ਉਹ ਮੈਟਰ ਨਹੀਂ ਕਰਦਾ ਜਦੋਂ ਤੱਕ ਸੁਪਰੀਮ ਕੋਰਟ ਇਸ ਤੇ ਕੁਝ ਵੀ ਆਪਦਾ ਡਿਸੀਜਨ ਨਹੀਂ ਦਿੰਦੀ। ਤੁਸੀਂ ਇਸ ਤੇ ਕੋਈ ਵੀ ਆਪਦਾ ਮੈਟਰ ਨਹੀਂ ਲਿਖ ਕੇ ਆਣਾ। ਪਰ क्वेश्चन ਕੀ ਕ੍ਰੀਏਟ ਹੋਏਗਾ? क्वेश्चन ਕ੍ਰੀਏਟ ਹੋਏਗਾ ਜੋ ਡਾਇਲਮਾ ਹੈ ਜਾਂ ਜੋ ਬੇਸਿਕਲੀ ਕਨਫਲਿਕਟ ਪੈਦਾ ਹੋ ਰਿਹਾ ਇਹਨਾਂ ਦੋਵਾਂ ਦੇ ਵਿੱਚ, ਉਹਦੇ ਕੀ ਕਾਰਨ ਹੈ, ਕੀ ਬੇਸਿਕਲੀ ਕਨਸਟੀਟਿਊਸ਼ਨਲ ਫ੍ਰਿਕਸ਼ਨਸ ਹੈ, ਕਾਤੋਂ ਕਨਸਟੀਟਿਊਸ਼ਨ ਦੇ ਵਿੱਚ ਬੇਸਿਕਲੀ ਇਦਾਂ ਦੀਆਂ ਪ੍ਰੋਵੀਜ਼ਨਸ ਹੈ ਜਿਹਦੇ ਕਰਕੇ ਇਹਨਾਂ ਦੋਵਾਂ ਦੇ ਵਿੱਚ ਕਨਫਲਿਕਟ ਆਇਆ। ਤੇ ਤੀਜੀ ਚੀਜ਼ ਪੁੱਛੀ ਜਾ ਸਕਦੀ ਹੈ ਕਿ ਇਹਨੂੰ ਆਪਾਂ ਕਿਵੇਂ ਸੈੱਟ, ਮਤਲਬ ਕਿਵੇਂ ਇਹਨੂੰ ਸਹੀ ਆਪਾਂ ਕਰ ਸਕਦੇ ਹਾਂ। ਆਈ ਹੋਪ ਤੁਹਾਨੂੰ ਟੌਪਿਕ ਦਾ ਜੋ ਆਈਡੀਆ ਹੈ ਉਹ ਮਿਲ ਚੁੱਕਿਆ ਹੋਏਗਾ ਕਿ ਪਾਰਲੀਮੈਂਟ ਦੀ ਕੁਝ ਪ੍ਰਿਵਿਲੇजेस ਹੈ ਤੇ ਤੁਹਾਡੇ ਕੋਲ ਵੀ ਇੱਕ ਕੁਝ ਫੰਡਾਮੈਂਟਲ ਰਾਈਟ ਹੈ। ਅਗਰ ਇਹ ਦੋਨੋਂ ਕਨਫਲਿਕਟ ਲੈ ਕੇ ਆਣਗੇ ਤਾਂ ਉੱਪਰ ਕਿਹੜੀ ਚੀਜ਼ ਰੱਖੀ ਜਾਏਗੀ ਕਿ ਪਾਰਲੀਮੈਂਟਰੀ ਪ੍ਰਿਵਿਲੇजेस ਨੂੰ ਪ੍ਰੈਫਰੈਂਸ ਮਿਲੇਗੀ ਜਾਂ ਫੰਡਾਮੈਂਟਲ ਰਾਈਟ ਨੂੰ ਪ੍ਰੈਫਰੈਂਸ ਮਿਲੇਗੀ। ਹੁਣ ਆਪਾਂ ਗੱਲ ਕਰਦੇ ਹਾਂ ਕਿ ਕੁਐਸਚਨ ਬੇਸਿਕਲੀ ਕਿੱਦਾਂ ਦਾ ਕ੍ਰੀਏਟ ਹੋ ਸਕਦਾ ਹੈ। ਲੈਟਸ ਟਾਕ ਅਬਾਊਟ ਆਰ ਕੁਐਸਚਨ। तो सब तो पहला क्वेश्चन है, एग्जामिन करना है कॉन्स्टिट्यूशनल इंटरप्ले बिटवीन लेजिस्लेटिव प्रिविलेजेस अंडर आर्टिकल 194 एंड द फंडामेंटल राइट टू फ्रीडम ऑफ स्पीच एंड एक्सप्रेशन अंडर आर्टिकल 19 क्लोज 1 क्लोज ए। आई होप ਤੁਹਾਨੂੰ ਇਹ ਚੀਜ਼ ਸਮਝ ਆਈ ਹੋਊਗੀ ਕਿ ਕਿਵੇਂ ਇਹਨਾਂ ਦੋਵਾਂ ਦੇ ਵਿੱਚ ਜੋ ਕਨਸਟੀਟਿਊਸ਼ਨਲ ਇੰਟਰਪਲੇ ਹੈ ਉਹਦੇ ਬਾਰੇ ਪੁੱਛਿਆ ਗਿਆ। ਦੂਜੀ ਚੀਜ਼, डिस्कस द नीड फॉर बैलेंसिंग पार्लियामेंटरी सुप्रीमेसी विद डेमोक्रेटिक अकाउंटेबिलिटी ते प्रेस फ्रीडम, मतलब प्रेस दा फ्रीडम ते पार्लियामेंटरी दी अकाउंटेबिलिटी दोनों नू बैलेंस करके चलना है। उहदी नीड की है ते वो किवें इंश्योर होएगा ये आपां लिखना है। हुण अगर आपां गल करिए क्वेश्चन दी तां क्वेश्चन पहला सब तो पहला तुहाडे तो डिमांड कर रहा इंट्रोडक्शन दी। इंट्रोडक्शन दे विच तुहाडे कोल दो तरीके है, इधर तुसीं नीड ऑफ बैलेंसिंग पार्लियामेंटरी प्रिविलेजेस एंड प्रेस फ्रीडम ਇਹਦੇ ਤੇ ਗੱਲ ਕਰ ਸਕਦੇ ਹੋ, ਜਾਂ ਤੁਸੀਂ ਰੀਸੈਂਟ ਵਾਲਾ ਜੋ ਦਾ ਹਿੰਦੂ ਐਡੀਟੋਰੀਅਲ ਤੇਜਪਾਲ ਵਾਲਾ ਕੇਸ ਸੀ ਉਹਦੇ ਬਾਰੇ ਤੁਸੀਂ ਗੱਲ ਸੌਰੀ मतलब ਇਹਨੂੰ ਤੁਸੀਂ ਕਰੰਟ ਅਫੇਅਰ ਨਾਲ ਲਿੰਕ ਕਰ ਸਕਦੇ ਹੋ। ਤੇ ਬੈਸਟ ਪਾਰਟ ਹੈ ਅਗਰ ਤੁਸੀਂ ਇਹਨੂੰ ਕਰੰਟ ਅਫੇਅਰ ਨਾਲ ਲਿੰਕ ਕਰੋਗੇ, ਐਗਜ਼ਾਮੀਨਰ ਨੂੰ ਇਹ ਚੀਜ਼ ਸਮਝ ਲੱਗਦੀ ਹੈ कि क्योंकि जिस रीजन तो असी क्वेश्चन पूछा है बच्चे को रीजन पता है तो उन्हें इंट्रोडक्शन रीजन मैंशन किया है। इंट्रोडक्शन लिखने तो बाद अपनी सब तो पहली डिमांड है कॉन्स्टिट्यूशनल इंटरप्ले। कॉन्स्टिट्यूशनल इंटरप्ले दे विच मतलब अपने को फ्रीडम ऑफ स्पीच एंड एक्सप्रैशन भी है ते अपने को बेसिकली पार्लीमेंटरी प्रिविलेजेस भी है। इन्हां दोवां ते करके ही आपां नूं बेसिकली इस ते कन्फ्लिक्ट जो है उठ रहा है। दो चीज़ां हो गई। उस तो बाद आपां गल करिए, उन्होंने पूछा है कि नीड ऑफ बैलेंस, ਆਪਾਂ ਨੂੰ ਨੀਡ ਆਫ ਬੈਲੈਂਸ ਵੀ ਲਿਖਣਾ ਪਏਗਾ ਕਿਉਂਕਿ ਆਪਣੀ ਐਕਸਪਲਿਸਿਟ ਡਿਮਾਂਡ ਹੈ। ਹੁਣ ਨੀਡ ਆਫ ਬੈਲੈਂਸ मतलब ਤੁਹਾਨੂੰ ਬੈਲੈਂਸ ਬਣਾਉਣ ਦੀ ਜ਼ਰੂਰਤ ਹੈ ਕਿ ਇਹਦਾ मतलब ਕੀ ਹੋਇਆ ਕਿ ਇਹ ਬੈਲੈਂਸ ਨਹੀਂ ਹੈ। ਬੈਲੈਂਸ ਬਣਾਉਣ ਲਈ ਕੁਝ ਨਾ ਕੁਝ ਚੈਲੰਜਸ ਹੋਣਗੇ, ਚਾਹੇ ਇਹ ਇੰਪਲੀਸਿਟ ਚਾਹੇ ਇਹ ਐਕਸਪਲਿਸਿਟਲੀ ਨਹੀਂ ਲਿਖਿਆ ਹੋਇਆ ਚੈਲੰਜਸ इन मेनटेनिंग बैलेंस, चाहे ये चीज़ नहीं लिखी हुई बट तुहानू ये लिख के आना है। तो अल्टीमेटली अगर तुसी चैलेंजेस लिखोगे वे अहेड मतलब हाउ टू कर्व दीज चैलेंजेस तुहानू लिख के आना पऊगा, दैन डेफिनेटली वी विल मूव टुवर्ड्स आवर कंक्लूजन। आई होप क्वेश्चन दे विच एक्सप्लिसिट डिमांड ते क्वेश्चन दी इंप्लिसिट डिमांड दोनों दा विच तुहानू फर्क समझ आएगा। हुण आपां गल करते हैं इंट्रोडक्शन दी। ਹੁਣ ਇੰਟਰੋਡਕਸ਼ਨ ਮੈਂ ਇੱਥੇ ਉਵੇਂ ਹੀ ਦੋ ਤਰ੍ਹਾਂ ਤਰੀਕੇ ਨਾਲ ਬਣਾ ਕੇ ਲਿਆ ਹੈ, ਜਿਵੇਂ ਕਿ ਸਪੋਜ਼ ਕਰੋ ਪਹਿਲੀ ਹੈ ਜਿਹਦੇ ਵਿੱਚ ਕੀ ਕਿਹਾ ਗਿਆ ਤੁਹਾਡਾ ਆਰਟੀਕਲ 194 ਜੋ ਕਿ ਪਾਰਲੀਮੈਂਟਰੀ ਪ੍ਰਿਵਿਲੇजेस ਦੀ ਗੱਲ ਕਰਦਾ ਹੈ, ਲੈਜਿਸਲੇਟਿਵ ਪ੍ਰਿਵਿਲੇजेस ਦੀ ਗੱਲ ਕਰਦਾ ਟੂ ਸਟੇਟ ਅਸੈਂਬਲੀ ਐਂਡ देयर ਮੈਂਬਰ ਟੂ ਇਨਸ਼ੋਰ ਇੰਡੀਪੈਂਡੈਂਟ ਫੰਕਸ਼ਨਿੰਗ। ਹਾਊਐਵਰ
ਸਿਸਟਮੈਟਿਕ ਫ੍ਰਿਕਸ਼ਨ ਅਰਾਈਜ਼ ਹੁੰਦੀ ਹੈ ਕਿਉਂਕਿ ਸਾਡੇ ਕੋਲ ਆਰਟੀਕਲ 19 ਕਲੋਜ਼ 1 ਕਲੋਜ਼ ਏ ਵੀ ਹੈ। ਇਹ ਚੀਜ਼ ਆਪਾਂ ਨੂੰ ਸਮਝ ਲੱਗਦੀ ਹੈ। ਇਹ ਹੋ ਗਿਆ ਤੁਹਾਡਾ ਬੇਸਿਕ ਜੋ ਕੁਐਸਚਨ ਦੇ ਬੇਸਿਸ ਤੇ ਤੁਹਾਡਾ ਬੇਸਿਕਲੀ ਇੰਟਰੋਡਕਸ਼ਨ ਹੋ ਗਿਆ। ਪਰ ਕਿਉਂਕਿ ਐਗਜ਼ਾਮੀਨਰ ਨੇ ਕੁਐਸਚਨ ਪੁੱਛਿਆ ਹੀ ਤਾਂ ਵੇ ਕਿਉਂਕਿ ਤੁਹਾਨੂੰ ਕਰੰਟ ਅਫੇਅਰ ਦੀ ਨੌਲੇਜ ਹੋਣੀ ਚਾਹੀਦੀ ਹੈ, ਤਾਂ ਤੁਸੀਂ ਇਹ ਚੀਜ਼ ਉੱਤੇ ਦਿਖਾ ਕੇ ਆਣੀ ਹੈ ਕਿ ਹਾਂ ਮੈਨੂੰ ਪਤਾ ਹੈ ਤੁਸੀਂ ਇਹ ਕੁਐਸਚਨ ਕਿਉਂ ਪੁੱਛਿਆ ਹੈ ਤੇ ਮੈਂ ਇਸ ਕੁਐਸਚਨ ਦਾ ਆਨਸਰ ਉਸੇ ਵਿੱਚ ਹੀ ਦਊਂਗਾ। ट्रिगर्ड बाय 2003 द हिंदू एडिटोरियल डिस्प्यूट, सुप्रीम कोर्ट ने 7 जज बेंच बनाई है कि इफ आर्टिकल 194 ओवरराइड कर रहा है या नहीं, जुडिशरी फेसिस द क्रिटिकल टास्क ऑफ बैलेंसिंग लैजिस्लेटिव प्रिविलेजेस विद द प्रेस फ्रीडम। ਇਹਦੇ ਵਿੱਚ ਆਪਾਂ ਕਨਫਲਿਕਟ ਵੀ ਪੈਦਾ ਕਰਤਾ, ਇਹਦੇ ਵਿੱਚ ਅਸੀਂ ਕਰੰਟ ਦਾ ਨਿਊਜ਼ ਵੀ ਦੇਤੀ। ਆਈ ਹੋਪ ਤੁਹਾਨੂੰ ਇੰਟਰੋਡਕਸ਼ਨ ਕਿਵੇਂ ਹੋਰ ਜ਼ਿਆਦਾ ਰੈਲੇਵੈਂਟ ਬਣਾਉਣੀ ਹੈ ਉਹ ਚੀਜ਼ ਸਮਝ ਆਈ ਹੋਏਗੀ। ਫਿਰ ਆਪਾਂ ਗੱਲ ਕਰਦੇ ਹਾਂ ਕਨਸਟੀਟਿਊਸ਼ਨਲ ਇੰਟਰਪਲੇ ਐਂਡ ਫ੍ਰਿਕਸ਼ਨ। ਤਾਂ ਸਭ ਤੋਂ ਪਹਿਲਾਂ ਨੇਚਰ ਆਫ ਪ੍ਰਿਵਿਲੇजेस, ਆਰਟੀਕਲ 194 ਆਊਟਲਾਈਨ ਕਰਦਾ ਲੈਜਿਸਲੇਟਿਵ ਪ੍ਰਿਵਿਲੇजेस, ਜਿਵੇਂ ਇੰਕਲੂਡ ਦਾ ਪਾਵਰ ਟੂ ਪੁਨਿਸ਼ ਫॉर ਕੰਟੈਂਪਟ ਆਫ ਦਾ ਹਾਊਸ। ਕੋਈ ਵੀ ਅਗਰ ਬੇਸਿਕਲੀ ਕੰਟੈਂਪਟ ਆਫ ਦਾ ਹਾਊਸ ਕਰਦਾ ਹੈ ਤਾਂ ਤੁਹਾਡੇ ਕੋਲ ਪਾਵਰਸ ਹੈ, ਪਲੱਸ ਤੁਹਾਡੇ ਕੋਲ ਆਰਟੀਕਲ 19 ਕਲੋਜ਼ 1 ਕਲੋਜ਼ ਹੈ ਜੋ ਪ੍ਰੋਟੈਕਟ ਕਰਦਾ ਹੈ ਮੀਡੀਆ ਤੇ ਸਿਟੀਜ਼ਨਸ ਦੀ ਫਰੀडम। ਸੁਪਰੀਮੇਸੀ ਡਿਬੇਟ ਦੀ ਕਰੀਏ, ਹਿਸਟੋਰੀਕਲੀ 2003 ਤੋਂ ਆਹੀ ਕੇਸ ਚੱਲ ਰਿਹਾ ਜਿਹਦੇ ਤੇ ਹੱਲੇ ਸੁਪਰੀਮ ਕੋਰਟ ਨੇ ਹੁਣ ਕੀ ਬਣਾਇਆ ਹੈ 7 ਜੱਜ बेंच ਨੂੰ बनाया है। जुडिशियल ओवरसाइट वर्सिस इंटरनल ऑटोनॉमी, आर्टिकल 122 ਤੇ आर्टिकल 212 ऑल्दो ਇਹ ਕਹਿੰਦਾ ਹੈ ਕਿ ਜੁਡੀਸ਼ਰੀ ਬੇਸਿਕਲੀ ਪਾਰਲੀਮੈਂਟਰੀ ਪ੍ਰੋਸੀਡਿੰਗਸ ਦੀ ਜੋ ਵੀ ਚੱਲ ਰਹੀ ਹੈ ਉਹਨੂੰ ਤੁਸੀਂ ਡਿਸਕਸ ਨਹੀਂ ਕਰ ਸਕਦੇ, ਤੇ 212 ਕੀ ਕਹਿੰਦਾ ਹੈ ਕਿ ਜੁਡੀਸ਼ਰੀ ਜੋ ਸਟੇਟ ਲੈਜਿਸਲੇਟਿਵ ਅਸੈਂਬਲੀ ਦੇ ਅੰਦਰ ਪ੍ਰੋਸੀਡਿੰਗਸ ਚੱਲ ਰਹੀ ਹੈ ਉਹਨੂੰ ਤੁਸੀਂ ਨਹੀਂ ਕਰ ਸਕਦੇ। ਪਰ ਇੱਥੇ ਇਹੀ ਗੱਲ ਉਹਨਾਂ ਨੇ ਕਹੀ ਵੀ ਹੈ ਕਿ ਜਦੋਂ ਇਦਾਂ ਦਾ ਮੁੱਦਾ ਆਊਗਾ ਤਾਂ ਜੁਡੀਸ਼ਰੀ ਨੂੰ ਇੱਥੇ ਵਿੱਚ ਇੰਟਰਫੇਅਰ ਕਰਨਾ ਹੀ ਕਰਨਾ ਪਊਗਾ। ਇਹ ਆਪਣਾ ਕਨਸਟੀਟਿਊਸ਼ਨਲ ਇੰਟਰਪਲੇ ਬੇਸਿਕਲੀ ਕ੍ਰੀਏਟ ਹੁੰਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਨੀਡ ਆਫ ਬੈਲੈਂਸਿੰਗ ਪਾਰਲੀਮੈਂਟਰੀ ਸੁਪਰੀਮੇਸੀ। ਤਾਂ ਸਭ ਤੋਂ ਪਹਿਲਾਂ ਅਗਰ ਪਾਰਲੀਮੈਂਟਰੀ ਸੁਪਰੀਮੇਸੀ ਆਏਗੀ ਤਾਂ ਸਾਨੂੰ ਡੈਮੋਕ੍ਰੈਟਿਕ ਰੂਟਸ ਕੀ ਹੋਣਗੇ, ਅਪਹੋਲਡ ਹੋਣਗੇ। ਡੈਮੋਕ੍ਰੈਟਿਕ ਰੂਟਸ ਇਜ਼ ਯੂਅਰ फंडामेंटल राइट्स। आर्बिट्ररी कोएर्शन, कोई भी कुछ भी पावर्स लगाने ते किसी भी तरह की रिस्ट्रिक्शंस लगाने की कोशिश या बेसिकली वो चीज़ा नहीं कर पाएगा। अनचेक्ड अनकोडिफाइड लेजिस्लेटिव प्रोविजंस जो होनिया वो वेपनाइज नहीं होनी एज अ टूल ऑफ पॉलिटिकल इंटिमिडेशन। हारमोनियस इंटरप्रिटेशन इधर दी करो ताकि उन्होंने विच एक हारमोनी बनी रहे, जिवें कि मिनरवा मिल केस दे विच DPSP ਤੇ ਆਪਣੇ ਫੰਡਾਮੈਂਟਲ ਰਾਈਟਸ ਤੇ ਬਣਾਇਆ ਸੀ। ਕੀ ਬਣਾਇਆ ਸੀ? ਬੈਡਰੌਕ ਬੈਲੈਂਸ ਦੀ ਗੱਲ ਕੀਤੀ ਸੀ। ਅਗਲੀ ਅਗਰ ਆਪਾਂ ਗੱਲ ਕਰੀਏ, ਪ੍ਰੋਟੈਕਟ ਕਰਨਾ ਹੈ ਪਬਲਿਕ ਡਿਸਕੋਰਸ ਨੂੰ ਤਾਂ ਕਿ ਪਬਲਿਕ ਬੇਸਿਕਲੀ ਫ੍ਰੀ ਤੇ ਫੀਅਰਲੈਸ ਮੀਡੀਆ ਬਣਿਆ ਰਵੇ, ਅਸੈਂਸ਼ੀਅਲ ਰਵੇ ਟੂ ਡਿਬੇਟ, ਤਾਂ ਕਿ ਜੋ ਆਪਣਾ ਫੋਰਥ ਪਿਲਰ ਹੈ ਉਹ ਆਪਣਾ ਇੱਕ ਚੰਗੀ ਤਰ੍ਹਾਂ ਫੰਕਸ਼ਨਿੰਗ ਕਰੇ। ਤੇ ਇੰਸਟੀਟਿਊਸ਼ਨਲ ਲੈਜੀਟੀਮੇਸੀ, ਆਬਵੀਅਸਲੀ ਅਗਰ ਪਾਰਲੀਮੈਂਟਰੀ ਪ੍ਰੋਸੀਡਿੰਗ ਸਹੀ ਤੁਸੀਂ ਉਹਨਾਂ ਨੂੰ ਕਰੋਗੇ ਤਾਂ ਇਹਦੇ ਨਾਲ ਇੰਸਟੀਟਿਊਸ਼ਨ ਦੀ ਸੁਪਰੀਮੇਸੀ ਤੇ ਇੰਸਟੀਟਿਊਸ਼ਨ ਦੀ ਬੇਸਿਕਲੀ ਜੋ ਲੈਜੀਟੀਮੇਸੀ ਹੈ ਉਹ ਵੱਧਦੀ ਹੀ ਵੱਧਦੀ ਹੈ। ਆਈ ਹੋਪ ਤੁਹਾਨੂੰ ਉਦੋਂ ਤੱਕ ਚੀਜ਼ਾਂ ਸਮਝ ਆਈਆਂ ਹੋਣਗੀਆਂ। ਹੁਣ ਜੋ ਕਿ ਆਪਣੀ ਇੰਪਲੀਸਿਟ ਡਿਮਾਂਡ ਸੀ, ਐਕਸਪਲਿਸਿਟ ਡਿਮਾਂਡ ਨਹੀਂ ਸੀ, ਤਾਂ ਉਹ ਕੀ ਹੈ? ਐਬਸੈਂਸ ਆਫ ਕੋਡੀਫਿਕੇਸ਼ਨ। ਕਿ ਬੈਲੈਂਸ ਕਿਉਂ ਨਹੀਂ ਹੋ ਰਿਹਾ? ਮੈਂ ਤੁਹਾਨੂੰ ਪਹਿਲਾਂ ਦੱਸਿਆ ਇੰਡੀਆ ਦੇ ਵਿੱਚ ਪਾਰਲੀਮੈਂਟਰੀ ਪ੍ਰਿਵਿਲੇजेस ਕੋਡੀਫਾਈਡ ਨਹੀਂ ਹੈ। यूपीएससी ਦੇ ਵਿੱਚ ਵੀ ਇਹ ਕੁਐਸਚਨ ਪ੍ਰੀਲਿਮਸ ਦੇ ਵਿੱਚ ਪੁੱਛਿਆ ਹੋਇਆ ਹੈ, PYQ ਹੈ ਪ੍ਰੀਲਿਮਸ ਦਾ। ਇਮਿਊਨਿਟੀ ਵਰਸਸ ਅਕਾਊਂਟੇਬਿਲਿਟੀ, ਕੀ ਇਮਿਊਨਿਟੀ ਦੇਣੀ ਹੈ ਲੈਜਿਸਲੇਟਰ ਨੂੰ ਜਾਂ ਅਕਾਊਂਟੇਬਿਲਿਟੀ ਦੇਣੀ ਹੈ ਕਿ ਉਹਨਾਂ ਨੂੰ ਜਵਾਬ ਦੇਣਾ ਪਏਗਾ। ਜੁਡੀਸ਼ੀਅਲ ਓਵਰਰੀਚ ਵਰਸਸ ਲੈਜਿਸਲੇਟਿਵ ਆਟੋਨੋਮੀ, ਕਿ ਲੈਜਿਸਲੇਸ਼ਨ ਜੋ ਕਰਨਾ ਚਾਹਵੇ ਤੇ ਜੁਡੀਸ਼ਰੀ ਕਿਉਂਕਿ ਆਪਣੇ ਕੋਲ ਸੈਪਰੇਸ਼ਨ ਆਫ ਪਾਵਰ, ਆਪਣੇ ਕੋਲ ਆਰਟੀਕਲ 122 212 ਹੈ ਕਿ ਇਹ ਚੀਜ਼ ਬੇਸਿਕਲੀ ਕੰਟਰੋਲ ਚ ਆਏਗੀ ਨਹੀਂ ਆਏਗੀ। ਫਿਰ ਚਿਲਿੰਗ ਇਫੈਕਟ ਔਨ ਮੀਡੀਆ, थ्रेट ऑफ पीनल एक्शन, अरेस्ट कंटेम्प्ट चार्जेस क्रिएट सेल्फ सेंसरशिप, अंडरमाइन करेगा इन्वेस्टिगेटिंग जर्नलिज्म ਨੂੰ। ਤੇ ਹਿਸਟੋਰੀਕਲ ਪ੍ਰੈਜ਼ੀਡੈਂਟ ਕਨਫਲਿਕਟਸ ਜੋ ਕਿ ਆਪਣੇ 1964 ਦੇ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਤੋਂ ਚੱਲਦੇ ਆਏ ਹੈ, ਜੋ ਕਿ ਆਪਣਾ 1959 ਦਾ ਸ਼ਰਮਾ ਕੇਸ ਸੀ, ਇਹਦੀ ਤੁਸੀਂ ਰੈਫਰੈਂਸ ਵੀ ਦੇ ਸਕਦੇ ਹੋ। ਤਾਂ ਵਾਟ ਨੀਡਸ ਟੂ ਡਨ, ਸਭ ਤੋਂ ਪਹਿਲਾਂ ਜੋ ਵੀ ਚੈਲੰਜਸ ਸੀ, ਸਭ ਤੋਂ ਪਹਿਲਾਂ ਆਪਾਂ ਨੂੰ ਕੀ ਕਰਨਾ ਪਊਗਾ? ਪ੍ਰਿਵਿਲੇजेस ਨੂੰ ਕੋਡੀਫਾਈ ਕਰਵਾਉਣਾ ਪਊਗਾ। ਕੋਡੀਫਾਈ ਕਰਵਾਉਣ ਦਾ ਇੱਥੇ ਮਤਲਬ ਹੈ ਕਿ ਕਿਹੜੇ ਲੈਜਿਸਲੇਚਰ ਕੋਲ ਕਿੰਨੀ ਪਾਵਰ ਹੈ, ਅਗਰ ਪਾਰਲੀਮੈਂਟਰੀ ਪ੍ਰਿਵਿਲੇजेस ਹੈ ਉਹ ਕਿਸ ਚੀਜ਼ ਤੱਕ ਲਿਮਿਟਡ ਹੈ, ਕਿ ਫੰਡਾਮੈਂਟਲ ਰਾਈਟ ਉੱਪਰ ਜਾਂਦੇ ਹੈ ਕਿ DPSP ਉੱਪਰ ਜਾਂਦੇ ਆ, ਉਹ ਚੀਜ਼ਾਂ ਸਾਰੀਆਂ ਕਰਨੀਆਂ ਪੈਣਗੀਆਂ। ਆਬਵੀਅਸਲੀ ਹਾਰਮੋਨੀਅਸ ਕੰਸਟਰਕਸ਼ਨ, ਪ੍ਰੋਪੋਰਸ਼ਨੈਲਿਟੀ ਟੈਸਟ, ਹਰ ਚੀਜ਼ ਦੀ ਇੱਕ ਪ੍ਰੋਪੋਰਸ਼ਨੈਲਿਟੀ, ਮਤਲਬ ਹਰ ਚੀਜ਼ ਨੂੰ ਇੱਕ ਆਪਾਂ ਨੂੰ ਬਲੈਂਕਟ ਵੇਟੇਜ ਨਹੀਂ ਦੇਣੀ ਚਾਹੀਦੀ। ਪ੍ਰੋਪੋਰਸ਼ਨ ਚ ਕਿ ਅਗਰ ਇਹ ਚੀਜ਼ ਇੰਨੀ ਕੁ ਤੱਕ ਹੈ ਤਾਂ ਇਹਦੀ ਸੁਪਰੀਮੇਸੀ ਹੈ, ਇਸ ਤੋਂ ਬਾਅਦ ਹੋ ਗਿਆ ਤਾਂ ਇਹਦੀ ਸੁਪਰੀਮੇਸੀ ਆਊਗੀ। ਹਰ ਚੀਜ਼ ਚ ਆਪਾਂ ਨੂੰ ਪ੍ਰੋਪੋਰਸ਼ਨੈਲਿਟੀ ਟੈਸਟ ਜੋ ਹੈ ਲੈਣਾ, मतलब क्रिएट करना चाहिए है, तो फिर प्रोसीजरल सेफगार्ड्स। आई होप ਤੁਹਾਨੂੰ ਇਹ ਕੁਐਸਚਨ ਦਾ ਜੋ ਡਿਮਾਂਡ ਹੈ ਉਹ ਸਮਝ ਆਈ ਹੋਏਗੀ। ਤੇ ਡੈਫੀਨੇਟਲੀ ਸਟ੍ਰਾਈਕਿੰਗ ਅ ਬੈਲੈਂਸ ਬਿਟਵੀਨ ਆਰਟੀਕਲ 194 ਐਂਡ ਆਰਟੀਕਲ 19 ਜ਼ਰੂਰੀ ਹੈ।
ਡੈਫੀਨੇਟਿਵ ਰੂਲਿੰਗ ਜ਼ਰੂਰੀ ਹੈ, ਕੀ ਕਰੇਗੀ, ਸੇਫਗਾਰਡ ਕਰੇਗੀ ਤੁਹਾਡੇ ਲੈਜਿਸਲੇਟਿਵ ਇੰਡੀਪੈਂਡੈਂਸ ਨੂੰ, ਵਾਈਲ ਫੀਅਰਲੈਸਲੀ ਪ੍ਰੋਟੈਕਟਿੰਗ ਪ੍ਰੈਸ ਫਰੀडम ਟੂ ਇਨਸ਼ੋਰ ਰੋਬਸਟ ਡੈਮੋਕ੍ਰੈਟਿਕ ਅਕਾਊਂਟੇਬਿਲਿਟੀ। ਆਈ ਹੋਪ ਤੁਹਾਨੂੰ ਇਹ ਕੁਐਸਚਨ ਸਮਝ ਆਇਆ ਹੋਵੇਗਾ। ਮਿਲਦੇ ਹਾਂ ਨੈਕਸਟ ਡੇ ਨੈਕਸਟ ਕੁਐਸਚਨ ਦੇ ਨਾਲ ਤੇ ਨੈਕਸਟ ਇੱਕ ਵਧੀਆ ਜਿਹੇ ਕਨਸੈਪਟ ਨਾਲ। ਥੈਂਕ ਯੂ ਸੋ ਮਚ।